everyone. Today we will discuss about some important terms. First is atom. देखो एटम की है। ਐਟਮ ਕੀ ਹੈ ਸਮੋਲੈਸਟ ਫਾਰਮ ਆਫ ਮੈਟਰ ਹੈ। ਮੈਟਰ ਦੀ ਸਭ ਤੋਂ ਛੋਟੀ ਫਾਰਮ ਨੂੰ ਕੀ ਕਿਹਾ ਜਾਂਦਾ ਹੈ? ਐਟਮ ਕਿਹਾ ਜਾਂਦਾ ਹੈ। ਦੇਖੋ ਆਪਣੇ ਆਲੇ ਦੁਆਲੇ ਜਿੰਨੀਆਂ ਵੀ ਚੀਜ਼ਾਂ ਨੇ ਐਵਰੀਥਿੰਗ ਕੀ ਹੈ? ਮੈਟਰ ਹੈ। ਐਵਰੀਥਿੰਗ ਅਰਾਊਂਡ ਅਸ ਇਜ਼ ਮੈਟਰ ਐਂਡ ਮੈਟਰ ਕਿਸ ਤੋਂ ਬਣਿਆ ਹੁੰਦਾ ਹੈ? ਐਲੀਮੈਂਟਸ ਤੋਂ ਬਣਿਆ ਹੁੰਦਾ ਹੈ, ਜਿਹੜੇ ਆਪਣੇ ਐਲੀਮੈਂਟਸ ਨੇ ਪੀਰੀਓਡਿਕ ਟੇਬਲ ਦੇ ਵਿੱਚ। ਐਂਡ ਇਹਨਾਂ ਨੇ ਐਲੀਮੈਂਟਸ ਅੱਗੇ ਕਿਸ ਤੋਂ ਬਣੇ ਹੁੰਦੇ ਨੇ? ਐਟਮਸ ਤੋਂ ਬਣੇ ਹੁੰਦੇ ਨੇ। ਮੈਟਰ ਕਿਸ ਤੋਂ ਬਣਿਆ? ਐਲੀਮੈਂਟਸ ਤੋਂ। ਐਲੀਮੈਂਟਸ ਦੇ ਅੰਦਰ ਕੀ ਹੁੰਦੇ ਨੇ? ਐਟਮਸ ਹੁੰਦੇ ਨੇ। ਤਾਂ ਐਟਮ ਕਿਹੜੀ ਫਾਰਮ ਹੋ ਗਈ ਮੈਟਰ ਦੀ? ਸਭ ਤੋਂ ਸਮੋਲੈਸਟ ਫਾਰਮ ਹੋ ਗਈ। ਵੈਸੇ ਹੀ ਮੈਟਰ ਦੀ ਸਭ ਤੋਂ ਸਮੋਲੈਸਟ ਫਾਰਮ ਹੁੰਦੀ ਹੈ, ਪਰ ਇਸ ਦੇ ਐਟਮ ਦੇ ਅੱਗੇ ਵੀ ਇਹਦੇ ਅੱਗੇ 3 ਸਬ ਐਟੋਮਿਕ ਪਾਰਟੀਕਲਸ ਹੁੰਦੇ ਨੇ। ਕਿਹੜੇ ਕਿਹੜੇ? ਪ੍ਰੋਟੋਨਸ, ਇਲੈਕਟ੍ਰੋਨਸ ਐਂਡ ਨਿਊਟਰੋਨਸ। ਠੀਕ ਹੈ। ਹੁਣ ਸੈਕਿੰਡ ਆਪਾਂ ਡਿਸਕਸ ਕਰਨਾ ਹੈ ਮੋਲੀਕਿਊਲ। ਜਦੋਂ ਐਟਮਸ ਕੰਬਾਈਨ ਹੋ ਜਾਂਦੇ ਨੇ 2 ਜਾਂ 2 ਤੋਂ ਵੱਧ, ਦੈਨ ਉਹ ਕੀ ਬਣਾ ਦਿੰਦੇ ਨੇ? ਮੋਲੀਕਿਊਲ ਬਣਾ ਦਿੰਦੇ ਨੇ। ਫੋਰ ਐਗਜ਼ਾਮਪਲ ਆਪਾਂ ਐਟਮ ਲੈ ਲਿਆ ਹਾਈਡਰੋਜਨ ਦਾ, 2 ਐਟਮਸ ਲੈ ਲਿਆ ਆਪਾਂ ਨੇ ਹਾਈਡਰੋਜਨ ਦੇ। ਠੀਕ ਹੈ, ਇੱਕ ਇਹ ਲੈ ਲਿਆ ਫਸਟ ਏ, ਸੈਕਿੰਡ ਇੱਕ ਹੋਰ ਲੈ ਲਿਆ। ਦੋਨੋਂ ਆਪਸ ਕੀ ਹੋ ਗਏ? ਕੰਬਾਈਨ ਹੋ ਗਏ। 2 ਜਾਂ 2 ਤੋਂ ਵੱਧ ਐਟਮਸ ਜਦੋਂ ਆਪਸ ਕੰਬਾਈਨ ਹੁੰਦੇ ਨੇ ਦੈਨ ਉਹ ਕੀ ਬਣਾ ਦਿੰਦੇ ਨੇ? ਮੋਲੀਕਿਊਲ ਬਣਾ ਦਿੰਦੇ ਨੇ। ਹਾਈਡਰੋਜਨ ਦਾ ਸਿੰਬਲ ਕੀ ਹੁੰਦਾ? H। ਦੋਨੋਂ ਹੀ ਹਾਈਡਰੋਜਨ ਨੇ, ਦੋਨੋਂ ਕੰਬਾਈਨ ਹੋ ਰਹੇ ਨੇ। ਇਹ ਵੀ ਇੱਕ ਐਟਮ ਹੈ ਹਾਈਡਰੋਜਨ ਦਾ, ਇਹ ਵੀ ਇੱਕ ਐਟਮ ਹੈ। ਮਿਲ ਕੇ ਦੋਨੋਂ ਹਾਈਡਰੋਜਨ ਕੰਬਾਈਨ ਹੋ ਗਏ। ਅਲੱਗ ਅਲੱਗ ਪਏ ਸੀ ਪਹਿਲਾਂ ਦੋਨੋਂ H ਨੇ, ਐਂਡ ਕੀ ਬਣਾਤਾ ਇਹਨਾਂ ਨੇ? H2, ਜਿਹਨੂੰ ਕਿ ਆਪਾਂ ਕੀ ਕਹਾਂਗੇ? ਮੋਲੀਕਿਊਲ ਆਫ ਹਾਈਡਰੋਜਨ। ਪਹਿਲਾਂ ਹੀ ਕੀ ਸੀਗੇ? ਐਟਮ ਸੀਗੇ। ਜਦੋਂ ਦੋਨੋਂ ਅਲੱਗ ਅਲੱਗ ਸੀ, ਦੋਨੋਂ ਕੰਬਾਈਨ ਹੋ ਗਏ, ਕੀ ਬਣ ਗਿਆ? ਮੋਲੀਕਿਊਲ ਬਣ ਗਿਆ। ਹੁਣ ਜਿਹੜੇ ਇਹ ਮੋਲੀਕਿਊਲਸ ਨੇ ਇਹ ਵੀ ਅੱਗੇ ਕਈ ਤਰ੍ਹਾਂ ਦੇ ਹੁੰਦੇ ਨੇ। ਮੇਨ ਇਹਨਾਂ 2 ਟਾਈਪਸ ਨੇ। ਕਿਹੜੀਆਂ ਨੇ? ਹੋਮੋ ਐਟੋਮਿਕ ਸੈਕਿੰਡ ਹੈ ਹੈਟੀਰੋਟੋਮਿਕ। ਦੇਖੋ ਜਿਹੜਾ ਹੋਮੋ ਵਰਡ ਦਾ ਮਤਲਬ ਹੁੰਦਾ ਨਾ, ਹੋਮੋ 2 ਸ਼ਬਦਾਂ ਤੋਂ ਮਿਲ ਕੇ ਬਣਿਆ ਹੈ, ਹੋਮੋ ਪਲੱਸ ਐਟੋਮਿਕ। ਹੋਮੋ ਦਾ ਮਤਲਬ ਕੀ ਹੁੰਦਾ? ਸੇਮ। ਐਟੋਮਿਕ ਮਤਲਬ ਕੀ ਹੋ ਗਿਆ? ਐਟਮਸ। ਹੈਟਰੋ ਦਾ ਮਤਲਬ ਕੀ ਹੁੰਦਾ? ਡਿਫਰੈਂਟ। ਐਂਡ ਐਟੋਮਿਕ ਕੀ ਹੋ ਗਏ? ਐਟਮਸ। ਤਾਂ ਹੁਣ ਇਹਨਾਂ ਦੇ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਇਹ ਉਹ ਵਾਲੇ ਮੋਲੀਕਿਊਲਸ ਨੇ ਜਿਹੜੇ ਕਿ ਸੇਮ ਐਟਮਸ ਤੋਂ ਮਿਲ ਕੇ ਬਣੇ ਹੋਣ। ਫੋਰ ਐਗਜ਼ਾਮਪਲ H2 ਹੋ ਗਿਆ, O2 ਹੋ ਗਿਆ। ਦੇਖੋ ਇਹਦੇ ਵਿੱਚ ਦੋਨੋਂ ਹੀ ਪੈਰ ਦੇ ਵਿੱਚ 2 ਪਾਇਆ ਨਾ, ਮਤਲਬ 2 ਐਟਮਸ ਨੇ। ਇਹਦੇ ਵੀ 2 ਐਟਮਸ ਨੇ। ਇਹਦੇ ਵਿੱਚ ਦੋਨੋਂ ਹੀ ਐਟਮਸ ਹਾਈਡਰੋਜਨ ਦੇ ਨੇ, ਇਹਦੇ ਵਿੱਚ ਵੀ ਦੋਨੋਂ ਐਟਮਸ ਕਿਹਦੇ ਨੇ? ਆਕਸੀਜਨ ਦੇ ਨੇ। ਜਾਂ ਆਪਾਂ ਹੋਰ ਐਗਜ਼ਾਮਪਲ ਲੈ ਲਈਏ N2 ਲੈ ਲਈਏ, ਠੀਕ ਹੈ, O3 ਲੈ ਲਈਏ। ਤਾਂ ਹੁਣ ਦੇਖੋ ਇਹਦੇ ਵਿੱਚ ਦੋਨੋਂ ਐਟਮਸ ਕਿਹਦੇ ਨੇ? ਨਾਈਟ੍ਰੋਜਨ ਦੇ। ਇੱਥੇ 3 ਐਟਮਸ ਨੇ, ਕਿਹਦੇ ਨੇ? ਆਕਸੀਜਨ ਦੇ ਨੇ। ਤਾਂ ਹੁਣ ਜਦੋਂ ਇਹ ਵੀ ਇੱਕ ਮੋਲੀਕੂਲ ਹੈ, ਇਹ ਵੀ ਮੋਲੀਕੂਲ ਹੈ, ਇਹ ਵੀ ਮੋਲੀਕੂਲ ਹੈ, ਇਹ ਵੀ ਮੋਲੀਕੂਲ ਹੈ। ਇਸ ਤਰੀਕੇ ਦੇ ਮੋਲੀਕੂਲਸ ਜਿਨ੍ਹਾਂ ਦੇ ਵਿੱਚ ਐਟਮਸ ਕੀ ਹੋਣ? ਸੇਮ ਹੋਣ। ਕੋਈ ਹੋਰ ਐਟਮ ਨਾ ਹੋਵੇ, ਸਿਰਫ ਇੱਕ ਤਰੀਕੇ ਦਾ ਹੀ ਐਟਮ ਹੋਵੇ, ਸੇਮ ਹੋਵੇ, ਤਾਂ ਉਹ ਮੋਲੀਕੂਲਸ ਕਿਹੜੇ ਹੁੰਦੇ ਨੇ? ਹੋਮੋਐਟੋਮਿਕ ਮੋਲੀਕੂਲਸ। ਹੋਮੋਐਟੋਮਿਕ ਮੋਲੀਕੂਲਸ ਨੂੰ ਅੱਗੇ ਹੋਰ ਫਰਦਰ ਕਲਾਸੀਫਾਈ ਕੀਤਾ ਜਾਂਦਾ ਜਿਵੇਂ ਕਿ ਡਾਇਐਟੋਮਿਕ ਹੋ ਗਿਆ, ਟ੍ਰਾਈਐਟੋਮਿਕ, ਪੋਲੀਐਟੋਮਿਕ। ਡਾਇਆ ਮਤਲਬ ਕੀ ਹੁੰਦਾ? 2, ਟਰਾਇਆ ਮਤਲਬ ਹੁੰਦਾ 3। ਜਿੰਨੇ ਐਟਮਸ ਹੋਣ ਉਵੇਂ ਉਹਦਾ ਨਾਮ। ਜਿਵੇਂ H2 ਦੇ ਵਿੱਚ 2 ਨੇ ਤਾਂ ਇਹਨੂੰ ਆਪਾਂ ਡਾਇਐਟੋਮਿਕ ਕਹਿ ਸਕਦੇ ਹਾਂ। ਆਕਸੀਜਨਸ 3 ਨੇ ਤਾਂ ਇਹਨੂੰ ਆਪਾਂ ਟ੍ਰਾਈਐਟੋਮਿਕ ਕਹਿ ਸਕਦੇ ਹਾਂ। ਅਗਰ ਕਿਸੇ ਦੇ ਵਿੱਚ ਅੱਗੇ 4 ਨੇ ਤਾਂ ਉਹਨੂੰ ਟੈਟਰਾਟੋਮਿਕ ਕਿਹਾ ਜਾਂਦਾ, ਜਿਵੇਂ P4 ਹੁੰਦਾ। ਠੀਕ ਹੈ, ਇਸ ਤਰੀਕੇ ਨਾਲ ਇਹਨੂੰ ਕੀ ਕੀਤਾ ਜਾਂਦਾ? ਕਲਾਸੀਫਾਈ ਕੀਤਾ ਜਾਂਦਾ। ਨੈਕਸਟ ਹੁਣ ਦੇਖੋ ਹੈਟੀਰੋਟੋਮਿਕ ਦੀ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ ਕੋਈ। ਫੋਰ ਐਗਜ਼ਾਮਪਲ ਸਭ ਤੋਂ ਸਿੰਪਲ ਐਗਜ਼ਾਮਪਲ H2O, ਵਾਟਰ ਦੀ। ਹੁਣ ਇਹਦੇ ਵਿੱਚ ਸਾਫ਼ ਹੀ ਦੇਖ ਕੇ ਆਪਾਂ ਨੂੰ ਦਿਖ ਰਿਹਾ ਇਹਦੇ ਵਿੱਚ 1 ਤੋਂ ਵੱਧ ਐਟਮਸ ਨੇ। ਇੱਕ ਤਾਂ ਆਪਣੇ ਕੋਲ ਕੀ ਹੈ? ਹਾਈਡਰੋਜਨ, ਇੱਕ ਕੀ ਹੈ? ਆਕਸੀਜਨ। ਹੁਣ 1 ਤੋਂ ਵੱਧ ਹੋ ਗਏ, ਡਿਫਰੈਂਟ ਹੋ ਗਏ। ਦੋਨੋਂ ਸੇਮ ਤਾਂ ਨਹੀਂ ਹੈ, ਹਾਈਡਰੋਜਨ ਅੱਡ ਹੈ, ਆਕਸੀਜਨ ਅੱਡ ਹੈ, ਦੋਨੋਂ ਕੀ ਹੋ ਗਏ? ਡਿਫਰੈਂਟ। ਤਾਂ ਇਸ ਤਰੀਕੇ ਦੇ ਜਿਹੜੇ ਮੋਲੀਕਿਊਲਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਐਟਮਸ ਕੀ ਹੁੰਦੇ ਨੇ? ਡਿਫਰੈਂਟ ਹੁੰਦੇ ਨੇ, ਉਹਨਾਂ ਨੂੰ ਕਿਹੜੇ ਮੋਲੀਕਿਊਲਸ ਕਿਹਾ ਜਾਂਦਾ ਹੈ? ਹੈਟੀਰੋਟੋਮਿਕ ਮੋਲੀਕਿਊਲਸ। ਠੀਕ ਹੈ, ਆਪਣਾ ਨੈਕਸਟ ਟੌਪਿਕ ਹੈ ਐਟੋਮਿਕ ਮਾਸ। ਐਟੋਮਿਕ ਮਾਸ ਦੇਖੋ ਕੀ ਹੁੰਦਾ ਹੈ, ਨਾਮ ਤੋਂ ਹੀ ਕਲੀਅਰ ਹੋ ਰਿਹਾ ਕਿਹਦਾ ਮਾਸ? ਐਟਮਸ ਦਾ ਮਾਸ। ਜਿਵੇਂ ਹਰ ਇੱਕ ਚੀਜ਼ ਦਾ ਮਾਸ ਹੁੰਦਾ ਉਵੇਂ ਐਟਮਸ ਦਾ ਵੀ ਮਾਸ ਹੁੰਦਾ। ਹੁਣ ਐਟਮਸ ਦਾ ਮਾਸ ਕਿਵੇਂ ਕੈਲਕੂਲੇਟ ਕੀਤਾ ਜਾਂਦਾ ਹੈ? ਐਟੋਮਿਕ ਮਾਸ ਨੂੰ, ਐਟਮਸ ਦੇ ਮਾਸ ਨੂੰ ਕਿਵੇਂ ਐਕਸਪ੍ਰੈਸ ਕੀਤਾ ਜਾਂਦਾ ਹੈ? ਰਿਲੇਟਿਵ
ਮਾਸ ਦੀ ਫਾਰਮ ਦੇ ਵਿੱਚ ਵਿਦ ਰਿਸਪੈਕਟ ਟੂ ਮਾਸ ਆਫ ਸਟੈਂਡਰਡ ਸਬਸਟਾਂਸ। ਦੇਖੋ ਐਟਮਸ ਦਾ ਮਾਸ ਐਜ਼ ਅ ਰਿਲੇਟਿਵ ਮਾਸ ਐਕਸਪ੍ਰੈਸ ਕੀਤਾ ਜਾਂਦਾ। ਰਿਲੇਟਿਵ ਦਾ ਮਤਲਬ ਕੀ ਹੁੰਦਾ, ਉਹਦੇ ਕੰਪੈਰੀਜ਼ਨ 'ਚ ਉਹਦੇ ਨਾਲ ਰਿਲੇਟ ਕਰਕੇ ਕਿਸੇ ਚੀਜ਼ ਨਾਲ। ਕੀ ਮਤਲਬ ਇਸ ਲਾਈਨ ਦਾ, ਕਿਸੇ ਵੀ ਇੱਕ ਐਟਮ ਨੂੰ ਕੀ ਲੈ ਲਿਆ, ਸਟੈਂਡਰਡ ਲੈ ਲਿਆ, ਉਹਨੂੰ ਸਟੈਂਡਰਡ ਲੈ ਕੇ ਉਹਦੇ ਕੰਪੈਰੀਟਿਵ 'ਚ ਉਹਦੇ ਰਿਲੇਟਿਵ ਦੇ ਵਿੱਚ ਕੀ ਕੀਤਾ ਜਾਂਦਾ, ਦੂਸਰੇ ਐਟਮਸ ਦਾ ਮਾਸ ਕੈਲਕੂਲੇਟ ਕੀਤਾ ਜਾਂਦਾ। ਐਟੋਮਿਕ ਮਾਸ ਦੇ ਯੂਨਿਟਸ ਕੀ ਹੁੰਦੇ ਨੇ, AMU ਐਟੋਮਿਕ ਮਾਸ ਯੂਨਿਟ, ਜਾਂ ਫਿਰ ਅੱਜ ਕੱਲ੍ਹ ਯੂਜ਼ ਕੀਤਾ ਜਾਂਦਾ ਯੂਨੀਫਾਈਡ ਮਾਸ। ਠੀਕ ਹੈ, ਹੁੰਦਾ ਕੀ ਹੈ ਐਟੋਮਿਕ ਮਾਸ ਯੂਨਿਟ। ਐਟੋਮਿਕ ਮਾਸ ਕਿਵੇਂ ਕੈਲਕੂਲੇਟ ਕੀਤਾ ਜਾਂਦਾ ਹੈ, ਕਿਹਦੇ ਸਟੈਂਡਰਡ ਦੇ ਵਿੱਚ ਲੈ ਕੇ ਕੀਤਾ ਜਾਂਦਾ, ਕਿਹਨੂੰ ਸਟੈਂਡਰਡ ਲਿਆ ਗਿਆ। ਦੇਖੋ ਕੀ ਹੁੰਦਾ ਇਹ, ਐਟੋਮਿਕ ਮਾਸ ਯੂਨਿਟ ਇਜ਼ ਇਕੁਅਲ ਟੂ 1/12 ਇੰਟੂ ਮਾਸ ਆਫ ਕਾਰਬਨ 12 ਐਟਮ। ਐਟੋਮਿਕ ਮਾਸ ਯੂਨਿਟ ਕਿਸ ਦੇ ਇਕੁਅਲ ਹੁੰਦਾ ਹੈ, ਐਟੋਮਿਕ ਮਾਸ ਯੂਨਿਟ AMU ਜਿਹੜਾ ਕਾਰਬਨ 12 ਦਾ ਮਤਲਬ ਕੀ ਹੈ, ਇਹ ਕਾਰਬਨ ਦੇ ਆਈਸੋਟੋਪਸ ਨੇ। ਵੈਸੇ ਆਈਸੋਟੋਪਸ ਕੀ ਹੁੰਦੇ ਨੇ ਤੁਸੀਂ ਪੜ੍ਹੇ ਹੋਏ ਨੇ ਪਹਿਲਾਂ ਵੀ, ਆਪਾਂ ਫਿਰ ਵੀ ਅੱਗੇ ਡਿਸਕਸ ਕਰ ਲਾਂਗੇ। ਇਹ ਕਾਰਬਨ ਦਾ ਇੱਕ ਆਈਸੋਟੋਪ ਹੈ ਕਾਰਬਨ 12। ਇਹਦੇ ਮਾਸ ਨੂੰ ਕੀ ਕੀਤਾ ਜਾਂਦਾ, ਜਦੋਂ 12 ਨਾਲ ਡਿਵਾਈਡ ਕਰ ਦਿੱਤਾ ਜਾਂਦਾ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, AMU। 1 AMU ਕਿਹਦੇ ਕੋਲ ਹੁੰਦਾ ਹੈ, ਮਾਸ ਆਫ ਕਾਰਬਨ 12 ਡਿਵਾਈਡਡ ਬਾਈ 12। ਹੁਣ ਇੱਥੇ ਕਾਰਬਨ ਹੀ ਕਿਉਂ ਚੂਜ਼ ਕੀਤਾ ਗਿਆ, ਕੋਈ ਹੋਰ ਐਟਮ ਕਿਉਂ ਨਹੀਂ ਚੂਜ਼ ਕੀਤਾ ਗਿਆ, ਕਾਰਬਨ ਨੂੰ ਕਿਉਂ ਸਟੈਂਡਰਡ ਲਿਆ ਗਿਆ, ਕਾਰਬਨ ਦੇ ਕੰਪੈਰੀਜ਼ਨ 'ਚ ਕਿਉਂ ਦੂਜਿਆਂ ਦਾ ਮਾਸ ਕੱਢਿਆ ਗਿਆ, ਕਿਉਂਕਿ ਇਹ ਕੁਝ ਗੱਲਾਂ ਧਿਆਨ ਵਿੱਚ ਰੱਖ ਕੇ ਐਟਮ ਨੂੰ ਚੂਜ਼ ਕੀਤਾ ਗਿਆ। ਸਭ ਤੋਂ ਪਹਿਲੀ ਗੱਲ ਅਬੰਡੈਂਸ, ਜੋ ਵੀ ਆਪਾਂ ਐਟਮ ਚੂਜ਼ ਕਰਨਾ, ਜਿਹਦੇ ਰਿਲੇਟਿਵ ਆਪਾਂ ਮਾਸ ਕਰਨਾ, ਉਹਦੀ ਅਬੰਡੈਂਸ ਤਾਂ ਅੱਛੀ ਹੋਣੀ ਚਾਹੀਦੀ, ਉਹ ਜ਼ਿਆਦਾ ਕੁਆਂਟਿਟੀ 'ਚ ਆਪਾਂ ਨੂੰ ਮਿਲਣਾ ਚਾਹੀਦਾ, ਤਾਂ ਹੀ ਆਪਾਂ ਕੈਲਕੂਲੇਟ ਕਰ ਸਕਾਂਗੇ। ਦੂਸਰਾ ਕਾਰਬਨ 12 ਸੀ, ਨਾ ਤਾਂ ਇਹ ਬਹੁਤ ਜ਼ਿਆਦਾ ਰਿਐਕਟਿਵ ਸੀ, ਨਾ ਬਿਲਕੁਲ ਘੱਟ ਰਿਐਕਟਿਵ ਸੀ, ਮਤਲਬ ਵਧੀਆ ਮੀਡੀਓਕਰ ਜਿਹਾ ਸੀਗਾ, ਸੈੱਟ ਆ ਰਿਹਾ ਸੀ। ਪਹਿਲਾਂ ਕਾਰਬਨ ਦੀ ਜਗ੍ਹਾ ਲਿਆ ਗਿਆ ਸੀਗਾ ਹਾਈਡਰੋਜਨ, ਬਟ ਹਾਈਡਰੋਜਨ ਦੀ ਇੱਕ ਗੈਸ ਹੈ, ਨਾਲੇ ਇਨਫਲੇਮੇਬਲ ਹੈ। ਇਹਦੇ ਨਾਲ ਕੀ ਆ, ਕੁਛ ਮਤਲਬ ਆਪਣੇ ਰਿਜ਼ਲਟਸ ਸੈੱਟ ਨਹੀਂ ਆ ਰਹੇ ਸੀ। ਹਾਈਡਰੋਜਨ ਨੂੰ ਅਗਰ ਆਪਾਂ ਸਟੈਂਡਰਡ ਲਈਏ ਤਾਂ ਨਹੀਂ ਸੈੱਟ ਆ ਰਿਹਾ ਸੀ। ਫਿਰ ਬਾਅਦ ਵਿੱਚ ਹਾਈਡਰੋਜਨ ਨੂੰ ਕਿਹਦੇ ਨਾਲ ਐਕਸਚੇਂਜ ਕੀਤਾ ਗਿਆ, ਕਾਰਬਨ 12 ਐਟਮ ਨੂੰ। ਹੁਣ ਕਾਰਬਨ ਨੂੰ ਸਟੈਂਡਰਡ ਲਿਆ ਜਾਂਦਾ। ਸਭ ਤੋਂ ਵੱਡੀ ਗੱਲ ਤਾਂ ਇਹਦੀ ਅਬੰਡੈਂਸ ਹੈ, ਇਹ 5th ਨੰਬਰ 'ਤੇ ਆਉਂਦਾ ਅਬੰਡੈਂਸ ਦੇ ਵਿੱਚ। ਅਗਰ ਆਪਾਂ ਦੇਖੀਏ